आज अमृतसर के किसानों की ओर से वल्ला मंडी में एफसीआई के विरुद्ध धरना प्रदर्शन किया गया। उन्होंने बताया कि जब तक हमारी मांगें पूरी नहीं की जाती, हम इसी प्रकार धरना प्रदर्शन लगाते रहेंगे और संघर्ष और तेज रहेगा। किसानों ने बताया कि आने वाली 18 तारीख को अमृतसर दाना मंडी में भारी गिनती में किसान इकट्ठे होंगे। अमृतसर से सुखविंदर कोहली की रिपोर्ट, लाइव भारत। कृपाल सिंह कलेर, किसान मजदूर संघर्ष कमेटी मजीठा जोन तो जोन सकੱਤਰ बोलदा जी। हाँ जी सर, अज का धरना लगाया गया ਇਹ ਤਾਂ ਮੁੱਖ ਮਕਸਦ ਇਹੋ ਹੈ ਜੀ, ਜਿਹੜੇ ਸਰਕਾਰ ਬੇਲੋੜੀਆਂ ਜਿਹੜੀਆਂ ਸ਼ਰਤਾਂ ਕਿਸਾਨਾਂ ਤੇ ਲਾ ਰਹੀ ਹੈ, ਫਰਦਾਂ ਦੀ ਮੰਗ ਕਰ ਰਹੀ ਆ, ਦਾਣੇ ਦੇ ਵਿੱਚ ਜਿਹੜੇ ਬਦਰੰਗੇ ਦਾਣੇ ਦੀ ਸ਼ਰਤ ਰੱਖ ਰਹੀ ਆ, ਦਾਣੇ ਕੱਟੇ ਹੋਏ ਦੀ ਸ਼ਰਤ ਰੱਖ ਰਹੀ ਆ। ਕਿਉਂਕਿ ਪਹਿਲਾਂ ਪਿਛਲੇ ਇੰਨੇ ਸਾਲਾਂ ਤੋਂ ਜਿਹੜੀ ਆ ਉਹ ਫਸਲ ਸਾਡੀ ਬੜੇ ਸੌਖੀ ਵਿਕਦੀ ਸੀ, ਪਰ ਸਰਕਾਰ ਦਾ ਸਿੱਧਾ ਮਕਸਦ ਇਹ ਆ ਵੀ ਇਹਨਾਂ ਨੂੰ ਮੰਡੀਆਂ ਖਤਮ ਕੀਤੀਆਂ ਜਾਣ। क्योंकि जो सरकारी खरीद के पाबंदियां ज़्यादा लाइया जाएगियां, लोगों को शर्तां पूरियां ना होणगियां तो आपे उन्होंने प्राइवेट नूं देनी पैनी आ। इतों सीधा मकसद जिहड़ा सरकार दा वो शो हुंदा आ भी ये सरकार जिहड़ी आ ये चाहुंदी खुद चाहुंदी आ कि जिहड़ी प्राइवेट नूं फसल वेची जाए तो प्राइवेट दा घर भरिया जाए। इस तरह ही जदों फसल घट गई सरकार दे खाते दे विच ते प्राइवेट नूं वध गई तो वो फिर हौली हौली प्राइवेट जिहड़ा उहदा बढ़ावा हुंदा जाना है जी। लगता नहीं तुहाडे हक खोलण दी कोशिश कीती? बिल्कुल, साडे हक्कां ते डाका तां ही तां असीं अज इत्थे बैठे हैं, प्रोटेस्ट कर रहे हैं, क्योंकि असीं सरकार दी हर एक जिहड़ी चाल आ उहनूं समझदे हां। वो समा निकल चुका है कि जदों बापू साडे अनपढ़ हुंदे सी, पहिलां मंडियां विच फसल सुੱਟ के ते चल जांदे सी। अज असीं ਉਹ ਸੁੱਟਦੇ नहीं आ, फसल नूं ऐ हीरिਆਂ वांगू पाली आ, मोतियां वांगू पाली आ, उहनां नूं उसे भाਅ 'ਚ ही वेचांगे। ਅਸੀਂ ਆਪਣਾ ਜਿਹੜਾ ਹੱਕ ਆ ਇਹਨੂੰ ਇਦਾਂ ਨਹੀਂ ਜਾਣ ਦੇਵਾਂਗੇ। ਜਿਹੜੇ ਜਿੱਦਾਂ ਹੁਣ ਜ਼ਿਮੀਂਦਾਰ ਆ, ਕਈ ਜ਼ਿਮੀਂਦਾਰ ਠੇਕੇ ਤੇ ਜ਼ਮੀਨ ਲੈ ਕੇ ਵਾਹ ਰਹੇ ਆ, ਉਹ ਫਰਦਾਂ ਕਿੱਥੋਂ ਲਿਆ ਕੇ ਦੇਣਗੇ? ਜਿਹੜੇ ਜ਼ਿਮੀਂਦਾਰ ਬਾਹਰ ਵਿਦੇਸ਼ਾਂ ਵਿੱਚ ਚਲ ਗਏ ਆ, ਜਾਂ ਕੁਝ ਪੰਚਾਇਤਾਂ ਦੀਆਂ ਜ਼ਮੀਨਾਂ ਆ ਜਾਂ ਆਬਾਦ ਕੀਤੀਆਂ ਹੋਈਆਂ ਜ਼ਮੀਨਾਂ ਆ, ਉਹਨਾਂ ਨੂੰ ਜਿਹੜਾ ਵਾਹ ਰਹੇ ਆ ਉਹਨਾਂ ਦੀਆਂ ਤਾਂ ਫਰਦਾਂ ਕਿਸੇ ਨੂੰ ਮਿਲਦੀਆਂ ਨਹੀਂ ਆ। ਕਈ ਵਾਰ ਬਾਪੂ ਸਾਡੇ ਜਿਹੜੇ ਆ ਉਹ ਗੁਜ਼ਰ ਜਾਂਦੇ ਆ, ਉਹਨਾਂ ਦੀ 2-2 ਸਾਲ 3-3 ਸਾਲ ਜਿਹੜੀ ਆ ਉਹ ਬੱਚੇ ਦੇ ਨਾਂ 'ਤੇ ਇੰਤਕਾਲ ਨਹੀਂ ਚੜ੍ਹਦੀ। ਉਹ ਆਪਣੀਆਂ ਫਰਦਾਂ ਆਪਣੇ ਨਾਂ ਦੀਆਂ ਕਿੱਥੋਂ ਲਿਆਉਣਗੇ? ਇਹ ਬੇਲੋੜੀਆਂ ਸ਼ਰਤਾਂ ਆ, ਲੋਕਾਂ ਨੂੰ ਖਰਾਬ ਕਰਨ ਵਾਲੀਆਂ ਸ਼ਰਤਾਂ ਆ। ਇਸ ਕਰਕੇ ਅਸੀਂ ਇਹਦਾ ਜਿਹੜਾ ਵਿਰੋਧ ਕਰ ਰਹੇ ਹਾਂ ਜੀ। ਲੱਗਦਾ ਨਹੀਂ ਰਾਜਨੀਤੀ ਹੋ ਰਹੀ ਹੈ ਜੀ? ਸਿੱਧੂ ਨੇ ਕੱਲ੍ਹ ਪਟਿਆਲੇ ਦੇ ਵਿੱਚ ਬਿਆਨਬਾਜ਼ੀ ਕੀਤੀ ਆ, ਤੁਸੀਂ ਉਹਨੂੰ ਕਿੱਦਾਂ ਦੇਖਦੇ? 2022 ਲੱਗ ਗਏ ਇਲੈਕਸ਼ਨ ਦਾ ਜ਼ੋਰ। ਇਹ ਤਾਂ ਸਪਸ਼ਟ ਹੈ ਜੀ, ਹੁਣ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਉਹ ਆਪਣੀ ਵੋਟ ਬੈਂਕ ਨੂੰ ਵੱਡਾ ਕਰਨ ਵਾਸਤੇ ਕੁਛ ਨਾ ਕੁਛ ਜਿਹੜੇ ਇੱਦਾਂ ਦੇ ਬਿਆਨ ਦੇਣਗੀਆਂ ਤਾਂ ਹੀ ਲੋਕਾਂ ਦੇ ਵੋਟ ਹਾਸਲ ਕਰਨ ਵਾਸਤੇ ਅੱਗੇ ਆਉਣਗੀਆਂ। क्योंकि 8-9 महीने तो पिछले तो जोड़ा चल रहा प्रोटेस्ट आ, ਉਹਦੇ ਵਿੱਚ ਤਾਂ अजे तक तो कोई ਇਹਦੇ ਸਿੱਧੇ रूप ਦੇ ਵਿੱਚ ਕੋਈ भी ਜਿਹੜਾ पोलीटिकल पार्टी आ वो आण के बैठी नहीं आ। सिर्फ कागजी पत्तरी अपनी ਜਾਂ ਬਿਆਨ ਦਾਗ ਤੇ ਪ੍ਰੈਸ ਦੇ ਅੱਗੇ ਬਿਆਨ ਦਾਗ ਤੇ ਜਾਂ ਅਖਬਾਰਾਂ 'ਚ ਖਬਰਾਂ ਦੇਤੀਆਂ, ਇਹਦੇ ਨਾਲ ਜਿਹੜਾ ਆ ਉਹ ਐਡੀ ਸਹਾਨੂਭੂਤੀ ਨਹੀਂ ਲੋਕਾਂ ਦੀ ਲੈ ਸਕਦੇ। ਉਹ ਸਿਰਫ ਆਪਦੀ 2022 ਆ ਉਹਦੀ ਇਲੈਕਸ਼ਨ ਦੀ ਜਿਹੜੀ ਤਿਆਰੀ ਆ ਉਹਨਾਂ ਦੀ, ਬਸ ਉਹਦੇ ਤਹਿਤ ਬਿਆਨਬਾਜ਼ੀ ਕਰਦੇ ਆ। ਪਟਿਆਲੇ 'ਚ ਉਹਨੇ ਬਿਆਨ ਦਿੱਤਾ, ਚਾਹੀਦਾ ਤੁਹਾਡੇ ਨਾਲ ਬਿਆਨਬਾਜ਼ੀ ਕਰਦਾ ਹੋਰ ਵਧੀਆ ਰਹੇ। ਚਾਹੀਦਾ ਤੇ ਇਦਾਂ ਹੀ ਆ, ਮਤਲਬ ਕਿ ਜੇ ਵਾਕਈ ਹੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਜੇ ਜਨਤਾ ਦੇ ਨਾਲ ਆ ਤਾਂ ਫਿਰ ਆਪਣਾ ਇਹਨਾਂ ਦਾ ਵੋਟ ਬੈਂਕ ਬਹੁਤ ਵੱਡਾ ਹੁੰਦਾ ਆ। ਜੇ ਅੱਜ ਪੰਜਾਬ ਦੇ ਵਿੱਚ ਅੱਗ ਲੱਗੀ ਆ, ਪੰਜਾਬ ਦੇ ਵਿੱਚ ਲੋਕ ਪ੍ਰੋਟੈਸਟ ਕਰ ਰਹੇ, ਦਿੱਲੀ ਦੇ ਵਿੱਚ ਪ੍ਰੋਟੈਸਟ ਕਰ ਰਹੇ, ਤੇ ਇਹ ਆਪਦੀਆਂ ਰੈਲੀਆਂ ਕਰਕੇ ਲੋਕਾਂ ਨੂੰ ਜਿਹੜਾ ਆ ਇਕੱਠਾ ਕਰ ਰਹੇ ਆ। ਫਿਰ ਜੇ ਅੱਜ ਇਹਨਾਂ ਦੇ ਲੋਕ ਵੋਟ ਬੈਂਕ ਐਡਾ ਵੱਡਾ ਆ, ਉਧਰ ਰੈਲੀਆਂ ਕਰ ਸਕਦੇ ਆ, ਤੇ ਸਾਡੇ ਧਰਨਿਆਂ ਮੁਜ਼ਾਹਰਿਆਂ ਦੇ ਵਿੱਚ ਵੀ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਆ, ਅਜੇ ਵੀ ਪੋਲੀਟੀਕਲ ਲੋਕਾਂ ਦੇ ਨਾਲ ਜੁੜੇ ਆ, ਉਹਨਾਂ ਨੂੰ ਨਾਲ ਲੈ ਕੇ ਆ ਸਕਦੇ ਸੀ। ਕਿਉਂਕਿ ਇਹ ਸੈਲੀਬ੍ਰਿਟੀ ਚਿਹਰੇ ਹੁੰਦੇ ਆ, ਇਹਨਾਂ ਦੇ ਮਗਰ ਦੁਨੀਆ ਜਿਹੜੀ ਆ ਉਹ ਆ ਜਾਂਦੀ ਆ। पर जो हुण लोग समझ चुके इन्हां दीयां चालां नूं कि ये सानूं बेवकूफ बनाउंदे आ, इलैक्शन लड़न वास्ते आपदियां तैयारियां करदे आ, सानूं मगर लाउंदे आ। 5 साल साडे कोलों मुड़ के कोई साडी कोई बात नहीं पुछदा, इस करके लोग समझदे इन्हां दीयां चालां नूं। 2022 ਦੇ ਵਿੱਚ ਤੁਹਾਡੇ ਵੱਲੋਂ ਬਾਈਕਾਟ ਵੀ ਕੀਤਾ ਜਾ ਸਕਦਾ ਜੀ ਹਰ ਪਾਰਟੀ ਦਾ? ਵੇਖੋ ਅਜੇ ਤੱਕ ਇਹੋ ਜਿਹਾ ਕੋਈ ਪਲਾਨ ਨਹੀਂ ਹੈਗਾ ਵੀ। ਜਦੋਂ ਸਾਡਾ ਜੋ ਸੰਯੁਕਤ ਮੋਰਚੇ ਵੱਲੋਂ, ਸਾਡੀਆਂ ਸਾਂਝੀਆਂ ਜਥੇਬੰਦੀਆਂ ਵੱਲੋਂ, ਸਾਡੇ ਆਗੂਆਂ ਵੱਲੋਂ ਜੋ ਫੈਸਲੇ ਲਏ ਜਾਣਗੇ ਉਹਦੇ ਆਧਾਰ ਤੇ ਸਾਰਾ ਕੁਝ ਜਿਹੜਾ ਆ ਉਹਦੇ ਵਿੱਚ ਉਹ ਅਗਲਾ ਪਲੈਨਿੰਗ ਕੀਤੀ ਜਾਊਗੀ। ਕਿਉਂਕਿ ਇਹਨਾਂ ਦਾ ਪੱਖ ਵੀ ਵੇਖਿਆ ਜਾਊਗਾ ਵੀ ਇਹ ਸਾਡੇ ਪੱਖ ਦੇ ਵਿੱਚ, ਜਨਤਾ ਦੇ ਪੱਖ ਦੇ ਵਿੱਚ ਕਿੰਨਾ ਚੱਲਦੇ ਆ ਸਾਡੇ, ਉਦੋਂ ਬਾਅਦ ਫਿਰ ਜਿਹੜੇ ਅਗਲੇ ਫੈਸਲੇ ਹੋਣਗੇ ਜੀ। ਸੰਗਰੂਪੋ ਵਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਕੱਤੂ ਨੰਗਲ ਜੀ। ਹਾਂਜੀ ਸਰ, ਅੱਜ ਕੱਲ੍ਹ ਮੰਡੀ ਤੁਸੀਂ ਧਰਨਾ ਲਗਾਇਆ, ਕੀ ਮੰਗਾਂ ਕੀ ਹੈ ਜੀ? ਇਸ ਐਫਐਸਆਈ ਦਫ਼ਤਰ ਦੇ ਵਿੱਚ ਆਪਾਂ ਜਿਹੜਾ ਘੇਰਨ ਦਾ ਮਤਲਬ ਇਹੀ ਹੈ ਸਾਡਾ ਅੱਜ ਵੀ ਜਿਹੜੀ ਸਰਕਾਰ ਆ ਇਹ ਸਾਡੇ ਉੱਤੇ ਸ਼ਰਤਾਂ ਰੱਖ ਰਹੀ ਹੈ ਵੀ ਸਾਡੀਆਂ ਜਮ੍ਹਾਂਬੰਦੀਆਂ ਦਾਰਕਾਂ ਆੜਤੀਆਂ ਦੇ ਰਾਹੀਂ ਕਿਸਾਨਾਂ ਕੋਲ ਲਈਆਂ ਜਾਣ, ਫਰਦਾਂ ਲਈਆਂ ਜਾਣ, ਔਰ ਇਹਨਾਂ ਦੇ ਗਾੜੀ ਹੋਰ ਸ਼ਰਤਾਂ ਜਿਸ ਤਰ੍ਹਾਂ ਟੋਟਾ ਦਾਣਾ ਕੋਈ ਬਾਰਿਸ਼ ਹੋ ਰਹੀ ਹੈ, ਇਹ ਬੇਮੌਸਮੀ ਬਾਰਿਸ਼ ਆ,
ਉਧਰੋਂ ਕਣਕ ਸਾਡੀ ਪੱਕੀ ਆ, ਅੱਗੇ ਹੀ ਬੇਮੌਸਮ ਹੋਈ ਆ, ਹੁਣ ਫੇਰ ਹੋਣ ਰਹੀ ਆ। ਇਹਦੇ 'ਚ ਅੜਚਣ ਹੋਣੀਆਂ ਪਰ ਨਾ ਲੈਣ ਦੀਆਂ ਇਹ ਨੀਤੀਆਂ ਇਹਨਾਂ ਦੀਆਂ। ਇਸ ਕਰਕੇ ਸਾਡਾ ਅੱਜ ਮਕਸਦ ਆ ਵੀ ਇਹ ਜਿਹੜੀਆਂ ਫਰਦਾਂ ਜਮਾਬੰਦੀਆਂ ਅੱਗੇ ਆਪਾਂ ਕਦੀ ਨਹੀਂ ਦਿੱਤੀਆਂ ਫਸਲ ਵੇਚਣ ਲੱਗਿਆ, ਇਹ ਸਾਡੇ ਕੋਲ ਹੁਣ ਕਿਉਂ ਮੰਗੀਆਂ ਜਾ ਰਹੀਆਂ। ਸੋ ਇਸ ਕਰਕੇ ਉਧਰ ਅੰਦੋਲਨ ਚੱਲ ਰਿਹਾ, ਇੱਧਰ ਕਿਸਾਨਾਂ ਨੂੰ ਉਲਝਾਉਣਾ ਚਾਹੁੰਦੇ ਆ, ਇਹਨਾਂ ਨੂੰ ਜਮਾਬੰਦੀਆਂ ਫਰਦਾਂ ਮੰਗ ਰਿਹਾ। ਆਪਾਂ ਬਿਲਕੁਲ ਨਹੀਂ ਦੇਣੀਆਂ, ਬਿਲਕੁਲ ਨਹੀਂ ਆਪਾਂ ਦੇਣੀਆਂ ਜਮਾਬੰਦੀਆਂ, ਕਿਉਂਕਿ ਮੋਦੀ ਸਰਕਾਰ ਜਿਹੜੀ ਹੈ ਇਹ ਨਿੱਕੀਆਂ ਨਿੱਕੀਆਂ ਹਰਕਤਾਂ ਕਰਨ ਤੇ ਆ ਗਈ ਹੈ, ਨਿੱਕੀਆਂ ਨਿੱਕੀਆਂ ਹਰਕਤਾਂ ਕਰਨ ਤੇ ਆ ਗਈ ਹੈ। ਕਿਸਾਨ ਵੇਖੋ ਫਸਲ ਬੀਜਦਾ, ਆਪਣੇ ਹੱਕ ਲੈਣ ਵਾਸਤੇ ਦਿੱਲੀ ਨੂੰ ਜਾ ਰਹੇ ਆ, ਸੜਕਾਂ ਪੁੱਟੀ ਜਾ ਰਿਹਾ। ਆ ਨਿੱਕੀਆਂ ਨਿੱਕੀਆਂ ਹਰਕਤਾਂ ਨਹੀਂ ਆ, ਹਰਕਤਾਂ ਕਰਦੇ ਆ ਗਈ ਆ, ਕੇਲ ਠੋਕਣ ਡੈ ਪਿਆ। ਆ ਨਿੱਕੀਆਂ ਨਿੱਕੀਆਂ ਹਰਕਤਾਂ ਨਹੀਂ ਆ। ਅਸੀਂ ਆਨੇ ਆ ਵੀ ਅਸੀਂ ਕੋਈ ਅਸਲੇ ਦਾ ਲਾਇਸੈਂਸ ਨਹੀਂ ਮੰਗਦੇ, ਅਸੀਂ ਆਪਣੀਆਂ ਫਸਲਾਂ ਦੇ ਭਾਵਾਂ ਦੇ ਮੰਗਦੇ ਆ। ਅਸੀਂ ਆਨੇ ਆ ਜਿਹੜੇ ਕਾਲੇ ਕਾਨੂੰਨ ਆ, ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਖਤਰੇ 'ਚ ਜਾਣਾ, ਫੰਦਾ ਬਣਨਾ ਗੱਲ ਦਾ, ਉਸ ਨੂੰ ਬਚਾਉਣ ਵਾਸਤੇ ਆਪਾਂ ਇਹ ਜਿਹੜਾ ਆਪਾਂ ਸੰਘਰਸ਼ ਜਿਹੜਾ ਰੱਖਿਆ ਆ, ਇਸ ਮੰਡੀ ਨੂੰ ਬਚਾਉਣ ਵਾਸਤੇ ਵੀ ਜਿਹੜੀ ਸਾਨੂੰ 4 ਫਸਲਾਂ ਤੇ ਮਿਲਦੀ ਆ MSP ਉਹ ਜਾਂਦੀ ਰਹਿਣੀ ਆ, ਕਿਉਂਕਿ ਮਿਲਦੀ ਕਿਹੜੀ ਆ, ਕਪਾਹ, ਗੰਨਾ, ਚੌਲ ਤੇ ਕਣਕ ਤੇ ਮਿਲਦੀ ਆ। ਸਾਨੂੰ ਇਹ ਵੀ ਖੁਸ਼ ਦੀ ਜਾਪਦੀ ਆ, ਕਾਰਪੋਰੇਟ ਘਰਾਣਿਆਂ ਦੇ ਹੱਥ ਜਿਹੜੀ ਆ MSP ਜਿਹੜੀ ਆ ਉਹ ਦੇਣ ਦੀਆਂ ਤਿਆਰੀਆਂ ਕਰ ਰਹੇ ਆ। ਆਂਦੇ ਵੀ ਪ੍ਰਾਈਵੇਟ ਆਣ ਕੇ ਤੁਹਾਡੇ ਕੋਲ ਖਰੀਦੂਗਾ ਫਸਲ, ਉਹ ਵੱਧ ਰੇਟ ਦਊਗਾ। ਅਸੀਂ ਆਨੇ ਸਾਨੂੰ ਵੱਧ ਕਿਤੇ ਨਹੀਂ ਦੇਣਾ। ਯੂਪੀ ਕਿਉਂ ਨਹੀਂ ਦੇ ਰਹੇ, ਬਿਹਾਰ ਕਿਉਂ ਨਹੀਂ ਦੇ ਰਹੇ, ਇੱਥੇ ਕਿਉਂ ਕਿਸ ਤਰ੍ਹਾਂ ਵੱਧ ਦੇਣਗੇ। ਸਾਨੂੰ ਮਤ ਸੋਚੋ ਵੀ ਵੱਧ ਦੇਣਾ ਕਿਉਂ ਨਹੀਂ, ਵੱਧ ਬਿਲਕੁਲ ਦੇਣਾ। ਇਹ ਸਿਰਫ ਤੇ ਸਿਰਫ ਸਰਕਾਰੀ MSP ਜਿਹੜੀ ਆ ਖਤਮ ਕਰਨ ਦੀਆਂ ਤਿਆਰੀਆਂ ਕਰ ਰਹੇ ਆ। ਸੋ ਆਹ ਹੈ ਗੱਲ। ਲਗਾਤਾਰ ਇੰਨਾ ਚਿਰ ਹੋ ਗਿਆ ਕਿਸਾਨਾਂ ਵੱਲੋਂ ਲਗਾਤਾਰ ਧਰਨੇ ਚੱਲ ਰਹੇ ਨੇ, ਦਿੱਲੀ ਦੇ ਵਿੱਚ ਐਡਾ ਵੱਡਾ ਅੰਦੋਲਨ ਚੱਲ ਰਿਹਾ, ਪਰ ਫਿਰ ਵੀ ਸਰਕਾਰ ਦੇ ਕੋਈ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਇਹਦੇ ਵੱਲੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਨਾ ਜੀ ਉਹਨਾਂ ਤੇ ਅਸਰ ਹੋ ਰਿਹਾ ਜੀ, ਮਰੀ ਪਈ ਸਰਕਾਰ, ਇਹਨਾਂ ਨੂੰ ਲਾਹਨਤਾਂ ਪੈ ਰਹੀਆਂ। ਪਿੰਡ ਪਿੰਡ ਤੋਂ ਇਹਨਾਂ ਨੂੰ ਜਾਣਾ ਵੜਨਾ ਇਹਨਾਂ ਨੂੰ ਪਿੰਡਾਂ ਦੇ ਵਿੱਚ ਮੁਹਾਲ ਹੋਇਆ ਆ, ਕਿਉਂਕਿ ਹਾਲਾਤ ਇਹੋ ਜਿਹੇ ਬਣ ਗਏ ਆ ਵੀ ਸਾਡੇ ਇੱਧਰੋਂ ਬੱਚਿਆਂ ਦਾ ਭਵਿੱਖ ਖਤਰੇ ਜਾਣ ਡਿਆ। ਇਹ ਆਖਣ ਡਿਆ ਵੀ ਆਪਾਂ ਵੋਟਾਂ ਤਿਆਰੀਆਂ ਕਰਦੇ ਫਿਰਦੇ ਆ। ਸੰਘਰਸ਼ ਜਿਹੜਾ ਪਰਖਾਂ ਦੇ ਵਿੱਚ ਆ, ਪਰਖਣ ਡਿਆ ਵੀ ਇਹ ਮੁੱਠੀ ਭਰ ਲੋਕ ਆ ਉੱਠ ਕੇ ਚੱਲ ਜਾਣਗੇ। ਇਹ ਪਰਖਣ ਡਿਆ ਵੀ ਮੁੱਠੀ ਭਰ ਲੋਕ ਨੇ, ਹੁਣ ਕਣਕ ਆ ਗਈ ਆ, ਇਹਨਾਂ ਨੇ ਘਰਾਂ ਨੂੰ ਚੱਲ ਜਾਣਾ। ਅਸੀਂ ਆਨੇ ਅਸੀਂ ਝੋਨਾ ਵੀ ਜਿਹੜਾ ਲਾਇਆ ਸੀ ਨਾ, ਇਹ ਵੀ ਆਪਣੇ ਕੰਮਾਂ ਕਾਰਾਂ ਦੇ ਵਿੱਚੋਂ ਲਾਇਆ ਸੀ, ਮਟਰ ਵੀ ਬੀਜੇ ਆ। ਜੇ ਹੁਣ ਕਣਕ ਵੱਢਣੀ ਆ ਅਸੀਂ ਵੱਢ ਲੈਣੀ, ਮਗਰ ਸਾਡੀਆਂ ਜ਼ਿੰਮੇਵਾਰੀਆਂ ਲੱਗ ਰਹੀਆਂ, ਆਪਾਂ ਡਿਊਟੀਆਂ ਲਾ ਰਹੇ ਵੱਢਣ ਵਾਸਤੇ। ਸਾਨੂੰ ਕਣਕ ਦਾ ਕੋਈ ਫਿਕਰ ਨਹੀਂ ਆ। ਆਹ ਜਿਹੜੀ ਨਵਾਂ ਜਿਹੜਾ ਕਾਨੂੰਨ ਆ, ਇਹ ਸਾਡੀ ਕਣਕ ਨਾਲੋਂ ਵੀ ਸਾਡਾ ਆਉਣ ਵਾਲੇ ਬੱਚਿਆਂ ਦਾ ਭਵਿੱਖ ਖਤਰੇ 'ਚੋਂ ਬਚਾਉਣ ਵਾਲਾ ਆ, ਉਸ ਨੂੰ ਬਚਾਉਣਾ ਆ। ਵੱਛ ਅਸੀਂ ਨੇ ਇਹ ਕਾਨੂੰਨ ਮੋਦੀ ਨੂੰ ਰੱਦ ਕਰਨੇ ਪੈਣੇ ਆ। ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਮੈਂ ਨਾ ਸਾਡੀਆਂ ਜ਼ਮੀਨਾਂ ਦਾਦਿਆਂ ਪੜਦਾਦਿਆਂ ਦੀਆਂ ਜਿਹੜੀਆਂ ਇਹ ਸਾਨੂੰ ਐਵੇਂ ਨਹੀਂ ਮਿਲੀਆਂ, ਬਾਬਾ ਬੰਦਾ ਸਿੰਘ ਬਹਾਦਰ ਨੇ ਲੈ ਕੇ ਦਿੱਤੀਆਂ ਹੋਈਆਂ। ਅੱਜ ਉਹਨਾਂ ਜ਼ਮੀਨਾਂ ਦੇ ਵਾਰਸ ਅਬਾਨੀ ਡਾਨੀ ਬਣ, ਅਸੀਂ ਬਣ ਦੇਵਾਂਗੇ? ਨਹੀਂ ਬਣ ਦੇਣਾ। ਇਸ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਇੱਥੇ ਪੈਰ ਨਹੀਂ ਪਾਉਣ ਦੇਵਾਂਗੇ। ਸਾਡੀਆਂ ਲਾਸ਼ਾਂ ਵੇਖ ਜਾਣ, ਕੋਈ ਡਰ ਨਹੀਂ ਆ, ਜਾਨਾਂ ਚੱਲ ਜਾਣ, ਅਸੀਂ ਇਹਨਾਂ ਨੂੰ ਵੜ ਨਹੀਂ ਦੇਵਾਂਗੇ ਇਸ ਕਾਰਪੋਰੇਟ ਘਰਾਣਿਆਂ ਨੂੰ ਆਪਣੀਆਂ ਜ਼ਮੀਨਾਂ ਦੇ ਵਿੱਚ। ਜਿਹੜਾ ਅੰਦੋਲਨ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਚੱਲ ਰਿਹਾ, ਤੇ ਨਾਲ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਜਿਹੜਾ ਇਹਦਾ ਤੁਹਾਡਾ ਪ੍ਰੋਗਰਾਮ ਚੱਲ ਰਿਹਾ? ਇਹ ਹਰ ਜਿੱਥੇ ਵੀ ਇਹਨਾਂ ਦੇ ਆਪਣੇ ਦਫ਼ਤਰ ਹੈ, ਆਪਣੇ FCI ਦੇ ਸਾਰੇ ਦਫ਼ਤਰਾਂ ਦੇ ਦਿੱਲੀ ਵੱਲੋਂ ਕਾਲ ਆਈ ਹੋਈ ਆ ਸਾਨੂੰ ਸਾਂਝੀ, ਉਹਨੂੰ ਮੁੱਖ ਰੱਖਦੇ ਹੋਇਆ ਜਿੱਥੇ ਜਿੱਥੇ ਵੀ ਦਫ਼ਤਰ ਲਾਗੇ ਲੱਗਦੇ ਆ ਸਾਰੇ ਦਫ਼ਤਰਾਂ ਨੂੰ ਆਪਾਂ ਜਿਹੜਾ ਅੱਜ ਸੰਯੁਕਤ ਮੋਰਚਾ ਆਪਣੇ ਸਾਰੇ ਜਥੇਬੰਦੀਆਂ ਵੱਲੋਂ ਸਾਂਝਾ ਜਿਹੜਾ ਮੰਚ ਰੱਖ ਕੇ ਘੇਰਾਬੰਦੀ ਕੀਤੀ ਹੋਈ ਆ ਵੀ ਆਪਣੇ ਜਿਹੜੇ ਸਾਡੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰਤਾਂ ਰੱਖੀਆਂ ਜਾਣ, ਹੋਰ ਸ਼ਰਤਾਂ ਨਾ ਲਗਾਈਆਂ ਜਾਣ। ਸੋ ਇਸ ਕਰਕੇ ਉਹਦਾ ਕਰਕੇ ਜਿਹੜਾ ਅੱਜ ਇਹ ਟੇਲਰ ਵਿਖਾ ਰਹੇ ਆ ਥੋੜ੍ਹੇ ਸਾਰੇ ਦਫ਼ਤਰਾਂ ਦੇ ਵਿੱਚ ਰੱਖ ਕੇ। ਸੋ ਜਿਹਨੂੰ ਤਿੱਖਾ ਵੀ ਸੰਘਰਸ਼ ਕਰਨਾ ਪਿਆ, ਸਾਨੂੰ ਫਸਲ ਵੇਚਣ ਲੱਗਿਆ, ਅਸੀਂ ਵੱਛ ਕਰਾਂਗੇ। ਅਗਲਾ ਤੁਹਾਡਾ ਪ੍ਰੋਗਰਾਮ ਕੀ ਹੈਗਾ? ਹੋਰ ਵੀ ਤੇ ਤਰੀਕ ਮਿੱਥੀ? ਹਾਂਜੀ, ਸਾਡਾ ਇਹ ਆ ਜੀ 18 ਤਰੀਕ ਨੂੰ ਅੰਮ੍ਰਿਤਸਰ ਦਾਣਾ ਮੰਡੀ ਇੱਕ ਵੱਡਾ ਮਹਾਰੈਲੀ ਜਿਹੜਾ ਇਕੱਠ ਕਰ ਰਹੇ ਆ। ਜਿਹੜਾ ਮੋਦੀ ਕਹਿੰਦਾ ਇਹ ਮੁੱਠੀ ਭਰ ਲੋਕ ਨੇ, ਇਹ ਸਿਖਲਾ ਕੇ ਲਿਆਂਦੇ ਨੇ, ਇਹ ਨਸ਼ੇ 'ਚ ਲਿਆਂਦੇ ਨੇ, ਇਹ ਬਾਪੂ ਜਿਹੜੇ ਘਰਾਂ ਤੋਂ ਕੱਢੇ ਉਹ ਆਏ ਆ। ਅਸੀਂ ਦੱਸਾਂਗੇ ਵੀ ਤੈਨੂੰ ਉੱਥੇ ਨੌਜਵਾਨ ਆਉਣਗੇ, ਉੱਥੇ ਸਾਡੇ ਬਾਪੂ ਆਉਣਗੇ, ਸਾਡੀਆਂ ਮਾਤਾਵਾਂ ਆਉਣਗੀਆਂ, ਸਾਡੀਆਂ ਬੱਚੀਆਂ ਧੀਆਂ ਆਉਣਗੀਆਂ ਪਰਿਵਾਰਾਂ ਸਮੇਤ,
ਤੈਨੂੰ 18 ਤਰੀਕ ਨੂੰ ਦੱਸਾਂਗੇ ਵੀ ਆ ਵਗਰਲਾ ਕੇ ਲਿਆਂਦੇ ਆ ਜਾਂ ਇਹ ਕਿਸ ਤਰ੍ਹਾਂ ਕਿਹਦੇ ਲਾਲਚ ਆਇਆ ਤੈਨੂੰ ਦੱਸਾਂਗੇ ਉੱਥੇ ਪਤਾ 18 ਤਰੀਕ ਨੂੰ ਦਾਣਾ ਮੰਡੀ ਦੇ ਵਿੱਚ ਦੱਸਾਂਗੇ ਜੀ। ਇਹ ਪ੍ਰੋਗਰਾਮ ਕਿੰਨੇ ਵਜੇ ਤੱਕ ਕਿੰਨੇ ਵਜੇ ਤੱਕ ਰੱਖਿਆ? ਹਾਂਜੀ ਟਾਈਮ ਸਾਡਾ ਜਿਹੜਾ 10 ਵਜੇ ਤੋਂ ਲੈ ਕੇ 3 ਵਜੇ ਤੱਕ ਆ। ਚਲੋ ਆਪਾਂ ਇਹ 3 ਵਜੇ 2:30 3 ਵਜੇ ਤੱਕ ਜਿਹੜਾ ਚੱਲਣਾ ਸਾਰਾ ਚੱਲਦਾ ਰਹਿਣਾ ਪ੍ਰੋਗਰਾਮ ਜੀ। ਇੰਨਾ ਚਲੋ ਚੱਲ ਆਗੂਆਂ ਤੋਂ ਚਲੋ ਆ ਜਾਊਗਾ ਆਪਾਂ ਦੇਵਾਂਗੇ ਮੰਗ ਪੱਤਰ ਦੇਵਾਂਗੇ ਇਹਨਾਂ ਨੂੰ ਮੰਗ ਪੱਤਰ ਦੇ ਕੇ ਸੋ ਆਪਣੇ ਜਿਹੜਾ ਫੇਰ ਸਮਾਪਤੀ ਕਰਾਂਗੇ ਜੀ।